ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਜੋਗਰਾਫੀ ਦਾ ਪਾਰਟ 11 ਲੈ ਕੇ ਹਾਜ਼ਰ ਹੋਏ ਹਾਂ। ਇਸ ਪਾਰਟ ਦੇ ਵਿੱਚ ਆਪਾਂ ਜੋਗਰਾਫੀ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਨੇ ਉਹ ਡਿਸਕਸ ਕਰਾਂਗੇ, ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ। ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਜੋਗਰਾਫੀ ਦੇ 10 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਬਹੁਤ ਇੰਪੋਰਟੈਂਟ ਕੁਐਸਚਨ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ 10 ਪਾਰਟ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਜੀਕੇ, ਪੋਲਿਟੀ, ਜੋਗਰਾਫੀ, ਮਾਡਰਨ ਹਿਸਟਰੀ ਅਤੇ CDP ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ, ਕਿਉਂਕਿ ਬਹੁਤ ਵਧੀਆ ਕੰਟੈਂਟ ਤੁਹਾਡੇ ਲਈ ਔਨ ਦੀ ਵੇ ਹੈ। ਅੱਜ ਦਾ ਜੋ ਆਪਣਾ ਸੈਸ਼ਨ ਹੈ ਜੋਗਰਾਫੀ ਦਾ, ਤੁਹਾਡੇ ਲਈ ਬਹੁਤ ਇੰਪੋਰਟੈਂਟ ਰਹਿਣ ਵਾਲਾ ਹੈ। ਇਸ ਸੈਸ਼ਨ ਦੇ ਵਿੱਚੋਂ ਡਾਇਰੈਕਟ ਕੁਐਸਚਨ ਤੁਹਾਨੂੰ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ। ਅੱਜ ਦਾ ਜੋ ਆਪਣਾ ਟੌਪਿਕ ਰਹੂਗਾ ਉਹ ਰਹੂਗਾ ਮਹਾਸਾਗਰ, ਆਪਣੇ 4 ਓਸ਼ੀਅਨ ਨੇ ਜਿਹੜੇ ਵਿਸ਼ਵ ਦੇ, ਠੀਕ ਹੈ ਜੀ। ਤਾਂ ਇਹਦੇ ਵਿੱਚੋਂ ਤੁਹਾਨੂੰ ਪਤਾ ਹੈ ਕਿ ਇਸ ਟੌਪਿਕ ਦੇ ਵਿੱਚੋਂ ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਨੇ, ਤਾਂ ਸੈਸ਼ਨ ਨੂੰ ਐਂਡ ਤੱਕ ਅਟੈਂਡ ਕਰਿਓ। ਇੱਕ ਵੀ ਕੁਐਸਚਨ ਨੂੰ ਮਿਸ ਨਾ ਕਰਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣੀ ਵੀਡੀਓ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਪਹਿਲੀ ਸਲਾਈਡ ਦੇ ਵਿੱਚ ਤੁਹਾਨੂੰ ਪਤਾ ਕਿ ਆਪਾਂ ਕਿਸੇ ਵੀ ਟੌਪਿਕ ਦਾ ਓਵਰਵਿਊ ਲੈਂਦੇ ਹਾਂ, ਤਾਂ ਪਹਿਲੀ ਸਲਾਈਡ ਦੇਖ ਕੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ। ਵੀਡੀਓ ਨੂੰ ਐਂਡ ਤੱਕ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਡਾਇਰੈਕਟ, ਠੀਕ ਹੈ ਜੀ। ਤਾਂ ਪਹਿਲੀ ਸਲਾਈਡ ਦੇ ਵਿੱਚ ਆਪਾਂ ਇਹ 4 ਓਸ਼ਨਸ ਬਾਰੇ ਇੱਕ ਓਵਰਵਿਊ ਲੈਂਦੇ ਹਾਂ। ਜਿਵੇਂ ਕਿ ਇਹ 4 ਓਸ਼ਨ ਕਿਹੜੇ ਨੇ? ਅਟਲਾਂਟਿਕ ਓਸ਼ਨ, ਅਟਲਾਂਟਿਕ ਮਹਾਸਾਗਰ, ਪੈਸੀਫਿਕ ਓਸ਼ਨ, ਪ੍ਰਸ਼ਾਂਤ ਮਹਾਸਾਗਰ, ਇੰਡੀਅਨ ਓਸ਼ਨ, ਹਿੰਦ ਮਹਾਸਾਗਰ ਅਤੇ ਆਰਕਟਿਕ ਓਸ਼ਨ, ਆਰਕਟਿਕ ਮਹਾਸਾਗਰ, ਠੀਕ ਹੈ। ਇਹ 4 ਆਪਣੇ ਜਿਹੜੇ ਮਹਾਸਾਗਰ ਨੇ, ਠੀਕ ਹੈ ਜੀ। ਇੱਕ ਆਪਣੇ ਸੀਜ਼ ਹੁੰਦੇ ਨੇ, ਇੱਕ ਹੁੰਦੇ ਨੇ ਓਸ਼ੀਅਨਸ, ਠੀਕ ਹੈ। ਸੀਜ਼ ਆਪਣੇ ਇਹਦਾ ਇੱਕ ਪਾਰਟ ਹੁੰਦੇ ਨੇ, ਜਿਹੜੇ ਆਪਣੇ ਸਮੁੰਦਰ ਹੁੰਦੇ ਨੇ ਉਹ ਮਹਾਸਾਗਰ ਦਾ ਇੱਕ ਪਾਰਟ ਹੁੰਦੇ ਨੇ, ਠੀਕ ਹੈ। ਉਹ ਛੋਟੇ ਹੁੰਦੇ ਨੇ ਅਤੇ ਜਿਹੜੇ ਮਹਾਸਾਗਰ ਹੈ ਉਹ ਵੱਡੇ ਹੁੰਦੇ ਨੇ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹਦੇ ਨਾਲ ਜਿਹੜੇ ਆਪਣੇ ਰਿਲੇਟਡ ਕੁਐਸਚਨ ਨੇ, ਜਿਹੜੇ ਤੁਹਾਨੂੰ ਡਾਇਰੈਕਟ ਪੇਪਰਾਂ ਦੇ ਵਿੱਚ ਆਉਂਦੇ ਨੇ, ਉਹ ਆਪਾਂ ਇਸ ਸੈਸ਼ਨ ਦੇ ਵਿੱਚ ਅਟੈਂਡ ਕਰਾਂਗੇ। ਤਾਂ ਲਾਸਟ ਤੱਕ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ, ਠੀਕ ਹੈ ਜੀ। ਤਾਂ ਸਟਾਰਟ ਕਰਦੇ ਆਪਣੇ ਵੀਡੀਓ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਪਹਿਲਾ ਜਿਹੜਾ ਆਪਣਾ ਕੁਐਸਚਨ ਹੈ, ਮਹਾਸਾਗਰ ਧਰਤੀ ਦੀ ਸਤਹ ਤੇ ਦੇ ਕਿੰਨੇ ਖੇਤਰਫਲ ਉੱਪਰ ਮੌਜੂਦ ਹਨ? ਓਸ਼ੀਅਨ ਕਵਰਸ ਹਾਊ ਮੱਚ ਏਰੀਆ ਆਫ ਅਰਥਸ ਸਰਫੇਸ? 50%, 71%, 80% ਜਾਂ 55%? 50%, 71%, 80% ਜਾਂ 55%? ਤਾਂ ਜਿਹੜੇ ਮਹਾਸਾਗਰ ਹੈ ਉਹ ਆਪਣੀ ਕਿੰਨੀ ਧਰਤੀ ਦੇ ਉੱਪਰ ਮੌਜੂਦ ਨੇ? ਕਿੰਨੇ ਪਰਸੈਂਟ ਧਰਤੀ ਦੇ ਉੱਪਰ ਉਹ ਮੌਜੂਦ ਨੇ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ, 71%, ਠੀਕ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ 71% ਜਿਹੜੀ ਧਰਤੀ ਹੈ ਉਹ ਆਪਣੇ ਓਸ਼ਨਸ ਨੇ ਕਵਰ ਕੀਤੀ ਹੋਈ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਧਰਤੀ ਦੇ ਉੱਪਰ ਬਹੁਤ ਪਾਣੀ ਹੈ, ਠੀਕ ਹੈ। ਪਾਣੀ ਦੀ ਮਾਤਰਾ ਧਰਤੀ ਦੇ ਉੱਪਰ ਬਹੁਤ ਹੈ, ਠੀਕ ਹੈ। 71% ਆਪਣੀ ਧਰਤੀ ਦੇ ਉੱਪਰ ਪਾਣੀ ਹੈ ਅਤੇ ਉਹ ਪਾਣੀ ਕਿਹਦਾ? ਓਸ਼ਨਸ ਦਾ, ਠੀਕ ਹੈ। ਓਸ਼ਨਸ ਨੇ ਆਪਣੀ ਧਰਤੀ ਕਵਰ ਕੀਤੀ ਹੋਈ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਸਾਰੇ ਕੁਐਸਚਨ ਬਹੁਤ ਇੰਪੋਰਟੈਂਟ ਨੇ, ਵਾਰ-ਵਾਰ ਪੇਪਰਾਂ ਦੇ ਵਿੱਚ ਰਿਪੀਟ ਹੋਏ ਕੁਐਸਚਨ ਨੇ ਇਹ ਜੋਗਰਾਫੀ ਦੇ, ਠੀਕ ਹੈ। ਤਾਂ ਇਹਨਾਂ ਨੂੰ ਐਂਡ ਤੱਕ ਅਟੈਂਡ ਕਰਿਓ, ਇੱਕ ਵੀ ਕੁਐਸਚਨ ਨੂੰ ਮਿਸ ਨਾ ਕਰਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਦੂਜੇ ਨੰਬਰ ਦਾ ਡੂੰਘਾ ਮਹਾਸਾਗਰ ਹੈ? ਵਿਚ ਇਜ਼ ਦੀ ਸੈਕਿੰਡ ਡੀਪੈਸਟ ਓਸ਼ੀਅਨ ਇਨ ਦੀ ਵਰਲਡ? ਅਟਲਾਂਟਿਕ, ਪੈਸੀਫਿਕ, ਆਰਕਟਿਕ ਜਾਂ ਹਿੰਦ ਮਹਾਸਾਗਰ? ਪਹਿਲੇ ਨੰਬਰ ਦਾ ਸਾਰਿਆਂ ਨੂੰ ਪਤਾ ਹੁੰਦਾ, ਠੀਕ ਹੈ, ਕਿਉਂਕਿ ਹੁਣ ਜਿਹੜੇ ਕੁਐਸਚਨ ਹੈ ਉਹ ਥੋੜ੍ਹੇ ਮੋਡਰੇਟ ਲੈਵਲ ਦੇ ਆਉਣ ਲੱਗ ਗਏ, ਠੀਕ ਹੈ। ਇਹਦੇ ਵਿੱਚ ਆਪਾਂ ਨੂੰ ਫਰਦਰ ਅੱਗੇ ਇਹ ਪੁੱਛਣ ਲੱਗ ਗਏ, ਠੀਕ ਹੈ। ਡੀਪੈਸਟ ਥੋੜ੍ਹਾ ਜਿਹਾ ਇਹ ਪੁੱਛਣ ਲੱਗ ਗਏ, ਪੇਪਰ ਵੀ ਆਪਣਾ ਡੀਪਲੀ ਪੁੱਛਦੇ ਆ ਥੋੜ੍ਹਾ। ਤਾਂ ਇਹਨਾਂ 'ਚੋਂ ਦੂਜੇ ਨੰਬਰ ਦਾ ਪੁੱਛਿਆ ਇਹਨਾਂ ਨੇ, ਅਟਲਾਂਟਿਕ ਹੈ, ਪੈਸੀਫਿਕ ਹੈ, ਆਰਕਟਿਕ ਹੈ ਜਾਂ ਹਿੰਦ ਮਹਾਸਾਗਰ ਹੈ। ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਜੋਗਰਾਫੀ ਦੇ ਦੇਖਣ ਨੂੰ ਮਿਲ ਸਕਦੇ ਨੇ। ਜੇਕਰ ਤੁਸੀਂ ਆਪਣੀ ਤਿਆਰੀ ਹੋਰ ਸਬਜੈਕਟਾਂ ਦੀ ਵੀ ਕਰਨਾ ਚਾਹੁੰਦੇ ਹੋ, ਜਿਨ੍ਹਾਂ ਦੇ ਵਿੱਚ ਪੋਲਿਟੀ, ਮਾਡਰਨ ਹਿਸਟਰੀ, ਪੰਜਾਬ ਜੀਕੇ ਅਤੇ CDP, ਤਾਂ ਜੇਕਰ ਇਹ ਸਬਜੈਕਟਾਂ ਦੇ ਵਿੱਚੋਂ ਕੋਈ ਵੀ ਸਬਜੈਕਟ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਆਪਣੇ ਚੈਨਲ 'ਤੇ ਵਿਜ਼ਿਟ ਕਰਕੇ ਪਲੇਲਿਸਟ ਦੇ ਵਿੱਚ ਜਾ ਕੇ ਉੱਥੇ ਇੱਕ ਸੈਸ਼ਨ ਮਤਲਬ ਉੱਥੇ ਅਪਲੋਡਡ ਹੈ, ਪਲੇਲਿਸਟ ਅਲੱਗ-ਅਲੱਗ ਬਣੀਆਂ ਹੋਈਆਂ, ਜਾ ਕੇ ਤੁਸੀਂ ਅਟੈਂਡ ਕਰ ਸਕਦੇ ਹੋ। ਆਪਣੇ ਸਪੈਸ਼ਲ ਸੈਸ਼ਨ ਵੀ ਅਪਲੋਡ ਹੋਏ ਨੇ, ਜਿਨ੍ਹਾਂ ਦੇ ਵਿੱਚ ਆਪਾਂ ਇੱਕ ਟੌਪਿਕ ਪੂਰੇ ਡਿਟੇਲ ਦੇ ਵਿੱਚ ਕਵਰ ਕੀਤਾ ਹੈ, ਜਿਹੜਾ ਤੁਹਾਡੇ ਸਾਰੇ ਪੇਪਰਾਂ ਦੇ ਲਈ, ਇੰਡੀਆ ਲੈਵਲ ਦੇ ਅਤੇ ਪੰਜਾਬ ਦੇ, ਠੀਕ ਹੈ। ਤਾਂ ਸਾਰੇ ਪੇਪਰਾਂ ਦੇ ਲਈ ਬਹੁਤ ਇੰਪੋਰਟੈਂਟ ਹੈ। ਤਾਂ ਸਾਰੇ ਸੈਸ਼ਨ ਆਪਣੇ ਅਟੈਂਡ ਕਰਿਓ। ਤੁਹਾਨੂੰ ਫਾਲਤੂ ਕੰਟੈਂਟ ਆਪਣੇ ਸੈਸ਼ਨ ਦੇ ਵਿੱਚ ਕਦੇ ਵੀ ਨਹੀਂ ਮਿਲੂਗਾ, ਕਿਉਂਕਿ ਆਪਾਂ ਪੂਰੇ ਪੇਪਰਾਂ ਦਾ ਐਨਾਲਿਸਿਸ ਕਰਕੇ ਪੂਰੇ ਸਿਲੈਕਟਡ ਕੁਐਸਚਨ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਠੀਕ ਹੈ ਜੀ। ਤਾਂ ਦੂਜੇ ਨੰਬਰ ਦਾ ਡੂੰਘਾ ਮਹਾਸਾਗਰ ਹੈਗਾ ਆਪਣਾ ਫਸਟ ਐਟਲਾਂਟਿਕ ਮਹਾਸਾਗਰ, ਠੀਕ ਹੈ। ਐਟਲਾਂਟਿਕ ਜਿਹੜਾ ਮਹਾਸਾਗਰ ਹੈ ਇਹ ਦੂਸਰੇ ਨੰਬਰ 'ਤੇ ਆਉਂਦਾ ਹੈ ਡੂੰਘੇ ਮਹਾਸਾਗਰਾਂ ਦੇ ਵਿੱਚ। ਤਾਂ ਜਿਹੜਾ ਫਸਟ ਹੈ ਉਹ ਕਿਹੜਾ ਹੈਗਾ? ਉਹ ਆਪਣਾ ਪੈਸੀਫਿਕ, ਜਿਹਨੂੰ ਆਪਾਂ ਪ੍ਰਸ਼ਾਂਤ ਮਹਾਸਾਗਰ ਕਹਿੰਦੇ ਹਾਂ। ਪੈਸੀਫਿਕ ਓਸ਼ਨ ਆਪਣਾ ਫਸਟ ਡੀਪੈਸਟ ਮਹਾਸਾਗਰ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ।
ਅਗਲਾ ਜਿਹੜਾ ਆਪਣਾ ਕੁਐਸਚਨ, ਸੰਸਾਰ ਦਾ ਸਭ ਤੋਂ ਡੂੰਘਾ ਮਹਾਸਾਗਰ ਕਿਹੜਾ ਹੈ? ਵਿਚ ਇਜ਼ ਦੀ ਡੀਪੈਸਟ ਓਸ਼ਨ ਇਨ ਦੀ ਵਰਲਡ? ਹਿੰਦ ਮਹਾਸਾਗਰ, ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ ਮਹਾਸਾਗਰ ਜਾਂ ਆਰਕਟਿਕ ਮਹਾਸਾਗਰ? ਇੰਡੀਅਨ ਓਸ਼ਨ, ਪੈਸੀਫਿਕ ਓਸ਼ਨ, ਐਟਲਾਂਟਿਕ ਓਸ਼ਨ, ਆਰਕਟਿਕ ਓਸ਼ਨ? ਵਿਚ ਇਜ਼ ਦੀ ਡੀਪੈਸਟ ਓਸ਼ਨ ਇਨ ਦੀ ਵਰਲਡ? ਤਾਂ ਮੈਂ ਇਹ ਜਿਹੜੇ ਕੁਐਸਚਨ ਇਹ ਪੰਜਾਬੀ ਤੇ ਇੰਗਲਿਸ਼ ਤਾਂ ਕਰਕੇ ਟਾਈਪ ਕਰਦਾ ਕਿ ਜਿਹੜੇ ਬੱਚੇ ਪੰਜਾਬੀ ਦੇ ਵਿੱਚ ਜਿਹੜੇ ਨਹੀਂ ਪੜ੍ਹ ਸਕਦੇ, ਠੀਕ ਹੈ, ਜਿਹੜੇ ਇੰਡੀਆ ਲੈਵਲ ਦੀ ਜਾਂ UPSC SSC ਲੈਵਲ ਦੀ ਤਿਆਰੀ ਕਰ ਰਹੇ ਆ, ਤਾਂ ਉਹਨਾਂ ਨੂੰ ਮੈਂ ਇੰਗਲਿਸ਼ ਦੇ ਵਿੱਚ ਵੀ ਫਰਦਰ ਇੱਥੇ ਰੱਖਦਾ, ਠੀਕ ਹੈ, ਕੁਐਸਚਨ। ਤਾਂ ਤੁਸੀਂ ਸਾਰਿਆਂ ਲਈ ਇਹ ਵੀਡੀਓ ਤੁਹਾਡੇ ਲਈ ਹੈਗੀਆਂ ਨੇ, ਤਾਂ ਸਾਰੇ ਅਟੈਂਡ ਕਰਿਆ ਕਰੋ, ਆਪਣੇ ਪੇਪਰ ਦੇ ਵਿੱਚ ਤੁਹਾਨੂੰ ਬਹੁਤ ਫਾਇਦਾ ਹੋਊਗਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ, ਪ੍ਰਸ਼ਾਂਤ ਮਹਾਸਾਗਰ। ਮੈਂ ਤੁਹਾਨੂੰ ਪਿਛਲੇ ਕੁਐਸਚਨ ਦੇ ਵਿੱਚ ਵੀ ਸਮਝਾ ਕੇ ਗਿਆ ਕਿ ਜਿਹੜਾ ਪੈਸੀਫਿਕ ਓਸ਼ਨ ਹੈ, ਪ੍ਰਸ਼ਾਂਤ ਮਹਾਸਾਗਰ ਹੈ, ਇਹ ਦੁਨੀਆ ਦਾ ਸਭ ਤੋਂ ਡੂੰਘਾ ਮਹਾਸਾਗਰ ਹੈ, ਠੀਕ ਹੈ ਜੀ। ਤਾਂ ਦੁਨੀਆ ਦਾ ਸਭ ਤੋਂ ਡੂੰਘਾ ਮਹਾਸਾਗਰ ਹੈ ਤਾਂ ਜਿਹੜਾ ਪ੍ਰਸ਼ਾਂਤ ਮਹਾਸਾਗਰ ਹੈ, ਠੀਕ ਹੈ ਜੀ। ਦੂਸਰੇ ਨੰਬਰ ਦਾ ਕਿਹੜਾ ਹੈ? ਅਟਲਾਂਟਿਕ ਮਹਾਸਾਗਰ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜਾ ਮਹਾਸਾਗਰ ਸਾਰਾ ਸਾਲ ਬਰਫ਼ ਨਾਲ ਜੰਮਿਆ ਰਹਿੰਦਾ ਹੈ? ਵਿਚ ਓਸ਼ਨ ਇਜ਼ ਫਰੋਜ਼ਨ ਫॉर ਮਚ ਆਫ ਦੀ ਈਅਰ? ਹਿੰਦ ਮਹਾਸਾਗਰ, ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ ਮਹਾਸਾਗਰ ਜਾਂ ਆਰਕਟਿਕ ਮਹਾਸਾਗਰ? ਉਹ ਕਿਹੜਾ ਮਹਾਸਾਗਰ ਹੈ ਜਿਹੜਾ ਮਤਲਬ ਬਰਫ਼ ਦੇ ਨਾਲ ਜੰਮਿਆ ਰਹਿੰਦਾ ਉਹ, ਠੀਕ ਹੈ। ਟੈਂਪਰੇਚਰ ਬਹੁਤ ਘੱਟ ਹੈ ਅਤੇ ਉਹ ਜੰਮਿਆ ਰਹਿੰਦਾ ਉਹ ਬਰਫ਼ ਨਾਲ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਆਪਾਂ ਇੱਕ ਵੀ ਕੁਐਸਚਨ ਤੁਹਾਡਾ ਮਿਸ ਨਹੀਂ ਕਰਨਾ ਜਿਹੜਾ ਇਸ ਟੌਪਿਕ ਦੇ ਵਿੱਚੋਂ ਪੁੱਛਿਆ ਜਾਂਦਾ। ਆਪਾਂ ਸਾਰੇ ਕੁਐਸਚਨ ਜਿਹੜੇ ਪਿਛਲੀ ਵਾਰ ਪੁੱਛੇ ਗਏ ਨੇ ਅਤੇ ਅੱਗੇ ਆਉਣ ਦੀ ਪੂਰੀ ਸੰਭਾਵਨਾ ਹੈ, ਉਹ ਇਸ ਸੈਸ਼ਨ ਦੇ ਵਿੱਚ ਆਪਾਂ ਰੱਖੇ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਆਊਗਾ। ਆਰਕਟਿਕ ਮਹਾਸਾਗਰ ਇੱਕ ਇਹੋ ਜਿਹਾ ਮਹਾਸਾਗਰ ਹੈ ਜਿਹੜਾ ਕਿ ਸਾਰਾ ਸਾਲ ਬਰਫ਼ ਨਾਲ ਜੰਮਿਆ ਰਹਿੰਦਾ, ਠੀਕ ਹੈ ਜੀ। ਮਤਲਬ ਬਹੁਤ ਘੱਟ ਟੈਂਪਰੇਚਰ ਇੱਥੇ ਆਰਕਟਿਕ ਮਹਾਸਾਗਰ, ਇਹ ਤੁਸੀਂ ਯਾਦ ਰੱਖਣਾ, ਆਰਕਟਿਕ ਮਹਾਸਾਗਰ। ਇਹ ਮੈਂ ਤੁਹਾਨੂੰ ਪਿਛਲੀ ਵਾਰ ਵੀ ਸਮਝਾ ਕੇ ਗਿਆ, ਪਿਛਲੇ ਮਤਲਬ ਸਲਾਈਡ ਦੇ ਵਿੱਚ ਸਮਝਾ ਕੇ ਗਿਆ ਕਿ ਜਿਹੜੇ ਆਪਣੇ ਮਹਾਸਾਗਰ ਹੁੰਦੇ ਨੇ ਇਹ ਸਮੁੰਦਰਾਂ ਨਾਲੋਂ ਵੱਡੇ ਹੁੰਦੇ ਨੇ, ਸਮੁੰਦਰ ਇਹਦਾ ਇੱਕ ਪਾਰਟ ਹੁੰਦੇ ਨੇ, ਠੀਕ ਹੈ ਜੀ। ਤਾਂ ਇਹ ਜਿਹੜੇ ਓਸ਼ੀਅਨ ਹੁੰਦੇ ਨੇ, ਸੀਜ਼ ਜਿਹੜੇ ਹੁੰਦੇ ਨੇ, ਸੀ ਆਪਣੇ, ਉਹ ਇਹਨਾਂ ਦਾ ਇੱਕ ਪਾਰਟ ਹੁੰਦੇ ਨੇ, ਇਹ ਤੁਸੀਂ ਯਾਦ ਰੱਖਿਓ। ਕਿਹੜਾ ਮਹਾਂਦੀਪ ਆਸਟ੍ਰੇਲੀਆ ਅਤੇ ਅਫਰੀਕਾ ਦੇ ਵਿਚਕਾਰ ਹੈ? ਮਹਾਂਦੀਪ ਨਹੀਂ, ਸੌਰੀ, ਮਹਾਸਾਗਰ ਹੈ ਇਹ। ਇੱਥੇ ਥੋੜ੍ਹਾ ਮਿਸ ਟਾਈਪ ਹੋ ਗਿਆ। ਉਹ ਜਦੋਂ ਟਾਈਪ ਕਰਦੇ ਆ ਨਾ, ਤਾਂ ਉਦੋਂ ਕਈ ਵਾਰੀ ਉਹ ਪਿਛਲਾ ਜਿਹੜਾ ਆਪਣਾ ਟਾਈਪ ਕੀਤਾ ਹੁੰਦਾ ਉਹ ਚੱਕ ਕੇ ਉੱਥੇ ਮਤਲਬ ਕਾਪੀ ਪੇਸਟ ਹੋ ਜਾਂਦਾ ਕਈ ਵਾਰੀ, ਠੀਕ ਹੈ। ਆਟੋਮੈਟਿਕਲੀ ਜਿਹੜਾ ਸਪੈਲ ਚੈੱਕਰ ਹੁੰਦਾ ਉਹ ਇੱਥੇ ਪੇਸਟ ਕਰ ਦਿੰਦਾ, ਤਾਂ ਕਰਕੇ ਤੁਸੀਂ ਇਹ ਧਿਆਨ ਨਾਲ ਪੜ੍ਹ ਲਿਆ ਕਰਿਓ। ਤਾਂ ਮਹਾਂਦੀਪ ਨਹੀਂ, ਇੱਥੇ ਮਹਾਸਾਗਰ ਹੈ, ਠੀਕ ਹੈ ਜੀ। ਵਿਚ ਓਸ਼ਨ ਇਜ਼ ਲਾਈਜ਼ ਬਿਟਵੀਨ ਆਸਟ੍ਰੇਲੀਆ ਐਂਡ ਅਫਰੀਕਾ? ਤਾਂ ਕਿਹੜਾ ਮਹਾਸਾਗਰ ਹੈ ਜਿਹੜਾ ਆਸਟ੍ਰੇਲੀਆ ਅਤੇ ਅਫਰੀਕਾ ਦੇ ਵਿਚਕਾਰ ਹੈ? ਤਾਂ ਹਿੰਦ ਮਹਾਸਾਗਰ, ਪ੍ਰਸ਼ਾਂਤ, ਅਟਲਾਂਟਿਕ ਜਾਂ ਆਰਕਟਿਕ ਮਹਾਸਾਗਰ? ਤਾਂ ਉਹ ਕਿਹੜਾ ਮਹਾਸਾਗਰ ਹੈ ਜਿਹੜਾ ਆਸਟ੍ਰੇਲੀਆ ਅਤੇ ਅਫਰੀਕਾ ਦੇ ਵਿਚਕਾਰ ਹੈ? ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ, ਹਿੰਦ ਮਹਾਸਾਗਰ। ਇੰਡੀਅਨ ਓਸ਼ੀਅਨ ਹੈ ਉਹ, ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਇੰਡੀਅਨ ਓਸ਼ੀਅਨ ਹੈ ਜਿਹੜਾ ਆਸਟ੍ਰੇਲੀਆ ਅਤੇ ਅਫਰੀਕਾ ਦੇ ਵਿਚਕਾਰ ਹੈ, ਇੰਡੀਅਨ ਓਸ਼ੀਅਨ, ਠੀਕ ਹੈ ਜੀ। ਤਾਂ ਹਿੰਦ ਮਹਾਸਾਗਰ ਹੈ ਉਹ ਜਿਹੜਾ ਆਸਟ੍ਰੇਲੀਆ ਅਤੇ ਅਫਰੀਕਾ ਦੇ ਵਿਚਕਾਰ। ਤਾਂ ਆਪਾਂ ਸਿਰਫ ਉਹ ਕੰਟੈਂਟ ਪੜ੍ਹਨਾ ਜਿਹੜਾ ਆਪਣੇ ਪੇਪਰਾਂ ਦੇ ਲਈ ਇੰਪੋਰਟੈਂਟ ਹੈ, ਜਿਹੜੀ ਆਉਣ ਦੀ ਪੂਰੀ ਸੰਭਾਵਨਾ ਹੈ। ਫਾਲਤੂ ਕੰਟੈਂਟ ਨਾ ਪੜ੍ਹਿਆ ਕਰੋ, ਠੀਕ ਹੈ ਜੀ। ਤਾਂ ਵਧੀਆ ਤਰੀਕੇ ਨਾਲ ਆਪਣੀ ਤਿਆਰੀ ਕਰਿਆ ਕਰੋ। ਜੇ ਵਧੀਆ ਤਰੀਕੇ ਨਾਲ ਆਪਣੀ ਤਿਆਰੀ ਕਰਨੀ ਹੈ ਤਾਂ ਆਪਣੇ ਸਾਰੇ ਸੈਸ਼ਨ ਤੁਸੀਂ ਅਟੈਂਡ ਕਰਿਓ, ਠੀਕ ਹੈ। ਉਹ ਬੇਸ਼ੱਕ ਉਹ ਪੰਜਾਬ GK ਦਾ ਹੋਵੇ, ਪੋਲਿਟੀ ਹੋਵੇ, ਮਾਡਰਨ ਹਿਸਟਰੀ ਹੋਵੇ ਜਾਂ ਜੋਗਰਾਫੀ ਹੋਵੇ। ਤੁਹਾਨੂੰ ਇੱਕ ਵੀ ਕੁਐਸਚਨ ਤੁਹਾਨੂੰ ਇਹੋ ਜਿਹਾ ਨਹੀਂ ਮਿਲੂਗਾ ਜਿਹੜਾ ਤੁਹਾਡਾ ਟਾਈਮ ਵੇਸਟ ਕਰਵਾਵੇ, ਠੀਕ ਹੈ ਜੀ। ਤਾਂ ਕਿਹੜਾ ਮਹਾਂਦੀਪ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਹੈ? ਵਿਚ ਓਸ਼ੀਅਨ ਇਜ਼ ਲਾਈਜ਼ ਬਿਟਵੀਨ ਇੰਡੀਆ ਐਂਡ ਆਸਟ੍ਰੇਲੀਆ? ਹਿੰਦ ਮਹਾਸਾਗਰ, ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ ਮਹਾਸਾਗਰ, ਆਰਕਟਿਕ ਮਹਾਸਾਗਰ? ਇੰਡੀਅਨ ਓਸ਼ਨ, ਪੈਸੀਫਿਕ ਓਸ਼ਨ, ਅਟਲਾਂਟਿਕ ਓਸ਼ਨ ਜਾਂ ਆਰਕਟਿਕ ਓਸ਼ਨ? ਲਾਈਜ਼ ਬਿਟਵੀਨ ਇੰਡੀਆ ਐਂਡ ਆਸਟ੍ਰੇਲੀਆ। ਇਹੋ ਜਿਹੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ। ਤਾਂ ਇੱਕ ਮੈਂ ਤੁਹਾਡਾ ਜਿਹੜਾ ਟੌਪਿਕ ਹੈ ਉਹ ਕਲੀਅਰ ਕਰਵਾਇਆ ਹੋਇਆ। ਉਹ 'ਚ ਬੇਸ਼ੱਕ ਉਹ ਰਿਵਰ ਦਾ ਹੋਵੇ, ਠੀਕ ਹੈ, ਕੌਂਟੀਨੈਂਟ ਦਾ ਹੋਵੇ, ਤੁਹਾਡੀਆਂ ਜਿਹੜੀਆਂ ਮਾਊਂਟੇਨਸ ਨੇ ਉਹਨਾਂ ਦਾ ਹੋਵੇ, ਤਾਂ ਉਹ ਸਾਰੇ ਟੌਪਿਕ ਆਪਾਂ ਜੋਗਰਾਫੀ ਦੇ ਕਵਰ ਕਰੇ ਹੋਏ ਆ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾਇਆ ਹੋਇਆ, ਠੀਕ ਹੈ। ਉਹ ਤੁਸੀਂ ਜਾ ਕੇ ਦੇਖ ਸਕਦੇ ਹੋ। ਇੱਕ ਆਪਾਂ ਟੌਪਿਕ ਇਹਦੇ ਵਿੱਚ ਜੋਗਰਾਫੀ ਦਾ ਕਵਰ ਕੀਤਾ ਹੋਇਆ, ਠੀਕ ਹੈ। ਜੋਗਰਾਫੀ ਦੇ ਵਿੱਚ ਤੁਹਾਨੂੰ ਬਿਲਕੁਲ ਵੀ ਫਿਕਰ ਕਰਨ ਦੀ ਲੋੜ ਨਹੀਂ, ਕਿਉਂਕਿ ਇਹੀ ਟੌਪਿਕ ਨੇ ਜਿਹੜੇ ਵਾਰ-ਵਾਰ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ। ਤਾਂ ਤੁਸੀਂ ਆਪਣੇ ਸਾਰੇ ਸੈਸ਼ਨ ਅਟੈਂਡ ਕਰੋ, ਤੁਹਾਨੂੰ ਬਹੁਤ ਫਾਇਦਾ ਹੋਊਗਾ ਪੇਪਰ ਦੇ ਵਿੱਚ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ, ਹਿੰਦ ਮਹਾਸਾਗਰ। ਇੰਡੀਅਨ ਓਸ਼ਨ ਹੀ ਹੈ ਉਹ, ਠੀਕ ਹੈ। ਅਤੇ ਆਸਟ੍ਰੇਲੀਆ ਅਤੇ ਅਫਰੀਕਾ ਦੇ ਵਿਚਕਾਰ ਵੀ ਇਹੀ ਹੈ, ਹਿੰਦ ਮਹਾਸਾਗਰ ਹੈ। ਅਤੇ ਇੰਡੀਆ ਅਤੇ ਆਸਟ੍ਰੇਲੀਆ ਦੇ ਵਿਚਕਾਰ ਵੀ ਇੰਡੀਅਨ ਓਸ਼ੀਅਨ ਹੈ, ਠੀਕ ਹੈ ਜੀ। ਅਤੇ ਇੰਡੀਆ ਅਤੇ ਚਾਈਨਾ ਦੇ ਵਿੱਚ ਜੇ ਪੁੱਛ ਲੈਣ ਤਾਂ ਉਹ ਵੀ ਆਪਣਾ ਇੰਡੀਅਨ ਓਸ਼ੀਅਨ ਹੈ। ਇਹ ਵੀ ਤੁਸੀਂ ਯਾਦ ਰੱਖਿਓ, ਕਈ ਵਾਰੀ ਪੁੱਛ ਲੈਂਦੇ ਆ ਇੰਡੀਆ ਅਤੇ ਚਾਈਨਾ ਦੇ ਵਿਚਕਾਰ ਕਿਹੜਾ ਹੈਗਾ, ਇੰਡੀਅਨ ਓਸ਼ੀਅਨ, ਠੀਕ ਹੈ ਜੀ। ਤਾਂ ਆਪਾਂ ਤੁਹਾਡਾ ਇੱਕ ਵੀ ਜਿਹੜਾ ਫੈਕਟ ਹੈ ਉਹ ਨਹੀਂ ਰਹਿਣ ਦਿੰਦੇ।
ਠੀਕ ਹੈ। ਕੁਐਸਚਨ ਦੀ ਫਾਰਮ ਦੇ ਵਿੱਚ ਹੋਵੇ ਬੇਸ਼ੱਕ ਉਹ, ਤਾਂ ਵੈਸੇ ਵੀ ਆਪਾਂ ਜਿਹੜੇ ਨਾਲ ਇਹਦੇ ਰਿਲੇਟਡ ਫੈਕਟ ਹੁੰਦੇ ਨੇ ਉਹ ਆਪਾਂ ਵੀ ਤੁਹਾਨੂੰ ਕਲੀਅਰ ਕਰਵਾਉਂਦੇ ਜਾਂਦੇ ਹਾਂ ਨਾਲ ਦੀ ਨਾਲ, ਠੀਕ ਹੈ। ਤਾਂ ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜਾ ਮਹਾਸਾਗਰ ਸੰਸਾਰ ਦਾ ਸਭ ਤੋਂ ਛੋਟਾ ਮਹਾਸਾਗਰ ਹੈ, ਠੀਕ ਹੈ ਜੀ। ਤਾਂ ਵਿਚ ਓਸ਼ਨ ਇਜ਼ ਦੀ ਸਮਾਲੈਸਟ ਓਸ਼ਨ ਇਨ ਦੀ ਵਰਲਡ? ਹਿੰਦ ਮਹਾਸਾਗਰ, ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ ਮਹਾਸਾਗਰ ਜਾਂ ਆਰਕਟਿਕ ਮਹਾਸਾਗਰ? ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਆਊਗਾ, ਆਰਕਟਿਕ ਮਹਾਸਾਗਰ, ਠੀਕ ਹੈ। ਇਹ ਬਰਫ਼ ਨਾਲ ਵੀ ਜੰਮਿਆ ਰਹਿੰਦਾ, ਠੀਕ ਹੈ। ਇਹਦੇ ਬਾਰੇ ਆਪਾਂ ਨੂੰ ਪੁੱਛਿਆ ਗਿਆ ਕਿ ਕਿਹੜਾ ਮਹਾਸਾਗਰ ਹੈ ਜਿਹੜਾ ਉਹ ਬਰਫ਼ ਦੇ ਨਾਲ ਜੰਮਿਆ ਰਹਿੰਦਾ, ਤਾਂ ਉਹ ਆਰਕਟਿਕ ਮਹਾਸਾਗਰ ਹੈ, ਅਤੇ ਇਹੀ ਸਭ ਤੋਂ ਛੋਟਾ ਮਹਾਸਾਗਰ ਹੈ, ਇਹ ਤੁਸੀਂ ਯਾਦ ਰੱਖਿਓ। ਇਹਨਾਂ ਵਿੱਚੋਂ ਕਿਹੜੀ ਖਾਈ ਸੰਸਾਰ ਦੀ ਸਭ ਤੋਂ ਡੂੰਘੀ ਖਾਈ ਹੈ? ਵਿਚ ਆਫ ਦੀ ਫੋਲੋਇੰਗ ਇਜ਼ ਦੀ ਡੀਪੈਸਟ ਟ੍ਰੈਂਚ ਇਨ ਦੀ ਵਰਲਡ? ਮਰਿਆਨਾ ਖਾਈ, ਸੁੰਡਾ ਖਾਈ, ਜਾਵਾ ਜਾਂ ਸਾਰੇ? ਜਿਹਨੂੰ ਆਪਾਂ ਟ੍ਰੈਂਚ ਕਹਿ ਦਿੰਦੇ ਹਾਂ, ਠੀਕ ਹੈ। ਇੰਗਲਿਸ਼ ਦੇ ਵਿੱਚ ਜਿਹਨੂੰ ਆਪਾਂ ਟ੍ਰੈਂਚ ਕਹਿ ਦਿੰਦੇ ਹਾਂ। ਵਿਚ ਆਫ ਦੀ ਫੋਲੋਇੰਗ ਇਜ਼ ਦੀ ਡੀਪੈਸਟ ਟ੍ਰੈਂਚ ਇਨ ਦੀ ਵਰਲਡ? ਮਰਿਆਨਾ ਟ੍ਰੈਂਚ, ਸੁੰਡਾ ਟ੍ਰੈਂਚ, ਜਾਵਾ ਟ੍ਰੈਂਚ ਜਾਂ ਆਲ? ਤਾਂ ਉਹ ਕਿਹੜੀ ਖਾਈ ਹੈ ਜਿਹੜੀ ਸਭ ਤੋਂ ਡੂੰਘੀ ਖਾਈ ਹੈ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ, ਮਰਿਆਨਾ ਟ੍ਰੈਂਚ, ਠੀਕ ਹੈ ਜੀ। ਮਰਿਆਨਾ ਟ੍ਰੈਂਚ ਕਿਹੜੇ ਓਸ਼ਨ ਦੇ ਵਿੱਚ ਹੈ? ਪੈਸੀਫਿਕ ਓਸ਼ਨ ਦੇ ਵਿੱਚ। ਪੈਸੀਫਿਕ ਓਸ਼ਨ ਜਿਹੜਾ ਆਪਣਾ ਸਭ ਤੋਂ ਡੂੰਘਾ ਓਸ਼ਨ ਹੈ, ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਜਿਹੜਾ ਪੈਸੀਫਿਕ ਓਸ਼ਨ ਹੈ ਉਹ ਆਪਣਾ ਸਭ ਤੋਂ ਡੂੰਘਾ ਓਸ਼ਨ ਹੈ, ਅਤੇ ਇਹਦੇ ਵਿੱਚ ਹੀ ਆਪਣੀ ਕਿਹੜੀ ਹੈ, ਮਰਿਆਨਾ ਟ੍ਰੈਂਚ ਹੈ, ਠੀਕ ਹੈ ਜੀ। ਮਰਿਆਨਾ ਟ੍ਰੈਂਚ ਆਪਣੀ ਪੈਸੀਫਿਕ ਓਸ਼ਨ ਦੇ ਵਿੱਚ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸੁੰਡਾ ਖਾਈ ਕਿਸ ਦੇ ਵਿੱਚ ਹੈ? ਸੁੰਡਾ ਟ੍ਰੈਂਚ ਇਜ਼ ਇਨ ਹਿੰਦ ਮਹਾਸਾਗਰ, ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ ਮਹਾਸਾਗਰ ਜਾਂ ਆਰਕਟਿਕ ਮਹਾਸਾਗਰ? ਇੰਡੀਅਨ ਓਸ਼ਨ, ਪੈਸੀਫਿਕ ਓਸ਼ਨ, ਅਟਲਾਂਟਿਕ ਓਸ਼ਨ ਜਾਂ ਆਰਕਟਿਕ ਓਸ਼ਨ? ਤਾਂ ਸੁੰਡਾ ਟ੍ਰੈਂਚ ਕਾਹਦੇ ਵਿੱਚ ਹੈ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹਦੇ ਬਾਰੇ ਡਾਇਰੈਕਟ ਕੁਐਸਚਨ ਪੁੱਛਿਆ ਜਾਂਦਾ। ਤਾਂ ਇਹ ਉਹ ਕੁਐਸਚਨ ਨੇ ਜਿਹੜੇ ਪੇਪਰਾਂ ਦੇ ਵਿੱਚ ਵਾਰ-ਵਾਰ ਪੁੱਛੇ ਗਏ ਨੇ, ਠੀਕ ਹੈ ਜੀ, ਅਤੇ ਅੱਗੇ ਪੁੱਛਣ ਦੀ ਇਹਦੀ ਪੂਰੀ ਸੰਭਾਵਨਾ ਹੈ। ਸੁੰਡਾ ਟ੍ਰੈਂਚ ਕਿਹੜੇ ਮਹਾਸਾਗਰ ਦੇ ਵਿੱਚ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1, ਇੰਡੀਅਨ ਓਸ਼ਨ ਦੇ ਵਿੱਚ, ਠੀਕ ਹੈ ਜੀ। ਜਿਹੜਾ ਸੁੰਡਾ ਟ੍ਰੈਂਚ ਹੈ ਆਪਣਾ ਇੰਡੀਅਨ ਓਸ਼ਨ ਦੇ ਵਿੱਚ ਹੈ, ਹਿੰਦ ਮਹਾਸਾਗਰ ਦੇ ਵਿੱਚ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਅਮੇਜ਼ਨ ਨਦੀ ਕਿਹੜੇ ਮਹਾਸਾਗਰ ਵਿੱਚ ਡਿੱਗਦੀ? ਐਮਾਜ਼ਨ ਰਿਵਰ ਫਾਲਜ਼ ਇਨ ਟੂ ਵਿਚ ਓਸ਼ਨ? ਇੰਡੀਅਨ ਓਸ਼ਨ, ਪੈਸੀਫਿਕ ਓਸ਼ਨ, ਅਟਲਾਂਟਿਕ ਓਸ਼ਨ ਜਾਂ ਆਰਕਟਿਕ ਓਸ਼ਨ? ਹਿੰਦ ਮਹਾਸਾਗਰ, ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ ਮਹਾਸਾਗਰ ਜਾਂ ਆਰਕਟਿਕ ਮਹਾਸਾਗਰ? ਤਾਂ ਜਿਹੜੀ ਆਪਣੀ ਐਮਾਜ਼ਨ ਨਦੀ ਹੈ ਉਹ ਕਿਹੜੇ ਮਹਾਸਾਗਰ ਦੇ ਵਿੱਚ ਡਿੱਗਦੀ ਹੈ? ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਆਊਗਾ, ਅਟਲਾਂਟਿਕ ਮਹਾਸਾਗਰ ਦੇ ਵਿੱਚ ਉਹ ਡਿੱਗਦੀ ਹੈ ਜਿਹੜੀ ਐਮਾਜ਼ਨ ਨਦੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਅਟਲਾਂਟਿਕ ਓਸ਼ਨ, ਅਟਲਾਂਟਿਕ ਮਹਾਸਾਗਰ, ਐਮਾਜ਼ਨ ਰਿਵਰ ਫਾਲਜ਼ ਇਨਟੂ ਵਿਚ ਓਸ਼ਨ? ਐਟਲਾਂਟਿਕ ਓਸ਼ਨ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਵੇਜ ਨਹਿਰ ਜੋੜਦੀ ਹੈ, ਸੁਏਜ਼ ਕੈਨਾਲ ਕਨੈਕਟਸ ਮੈਡੀਟੇਰੀਅਨ ਸੀ ਐਂਡ ਰੈੱਡ ਸੀ ਐਂਡ ਡੈਡ ਸੀ, ਇੰਡੀਅਨ ਓਸ਼ਨ ਐਂਡ ਅਟਲਾਂਟਿਕ ਓਸ਼ਨ ਜਾਂ ਨਨ ਆਫ ਦੀ ਅਬਵ? ਇਹ ਕੁਐਸਚਨ ਬਹੁਤ ਵਾਰੀ ਰਿਪੀਟ ਹੋਇਆ ਹੋਇਆ ਕੁਐਸਚਨ ਹੈ, ਠੀਕ ਹੈ ਜੀ। ਜਿਹੜੀ ਆਪਣੀ ਸੁਏਜ਼ ਕੈਨਾਲ ਹੈ ਇਹ ਕਿਹੜੇ ਕਿਹੜੇ ਸੀਜ਼ ਨੂੰ ਕਨੈਕਟ ਕਰਦੀ ਹੈ ਆਪਸ ਦੇ ਵਿੱਚ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਕੁਐਸਚਨ ਦਾ ਜਿਹੜਾ ਆਨਸਰ, ਆਨਸਰ ਨੰਬਰ 1 ਆਊਗਾ, ਮੈਡੀਟੇਰੀਅਨ ਸੀ ਅਤੇ ਰੈੱਡ ਸੀ, ਠੀਕ ਹੈ ਜੀ। ਤਾਂ ਮੈਡੀਟੇਰੀਅਨ ਸੀ ਅਤੇ ਰੈੱਡ ਸੀ ਨੂੰ ਇਹ ਜੋੜਦੀ ਹੈ ਆਪਸ ਦੇ ਵਿੱਚ, ਮੈਡੀਟੇਰੀਅਨ ਸੀ ਅਤੇ ਰੈੱਡ ਸੀ, ਇਹ ਤੁਸੀਂ ਯਾਦ ਰੱਖਣਾ ਜਿਹੜੀ ਸੁਏਜ਼ ਕੈਨਾਲ ਹੈ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੰਗਾਲ ਦੀ ਖਾੜੀ ਕਿਹੜੇ ਮਹਾਸਾਗਰ ਵਿੱਚ ਹੈ? ਬੇ ਆਫ ਬੰਗਾਲ ਇਜ਼ ਇਨ ਵਿਚ ਓਸ਼ਨ? ਹਿੰਦ ਮਹਾਸਾਗਰ, ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ ਮਹਾਸਾਗਰ ਜਾਂ ਆਰਕਟਿਕ ਮਹਾਸਾਗਰ? ਇੰਡੀਅਨ ਓਸ਼ਨ, ਪੈਸੀਫਿਕ ਓਸ਼ਨ, ਐਟਲਾਂਟਿਕ ਓਸ਼ਨ ਜਾਂ ਆਰਕਟਿਕ ਓਸ਼ਨ, ਠੀਕ ਹੈ ਜੀ। ਤਾਂ ਜਿਹੜੀ ਆਪਣੀ ਬੇ ਆਫ ਬੰਗਾਲ ਹੈ ਉਹ ਕਿਹੜੇ ਮਹਾਸਾਗਰ ਦੇ ਵਿੱਚ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਇਹ ਆਪਾਂ ਪੜ੍ਹਿਆ ਹੁੰਦਾ ਇਹਨਾਂ ਬਾਰੇ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਆਪਣੇ ਕਿਹੜੇ ਮਹਾਸਾਗਰ ਦੇ ਵਿੱਚ ਨੇ, ਠੀਕ ਹੈ। ਤਾਂ ਇਹ ਕੁਐਸਚਨ ਨੂੰ ਇਸ ਤਰ੍ਹਾਂ ਪੁੱਛ ਸਕਦੇ ਨੇ, ਕੁਐਸਚਨ ਨੂੰ ਮੋਲਡ ਕਰਕੇ ਪੁੱਛ ਲੈਂਦੇ ਨੇ, ਠੀਕ ਹੈ। ਕੁਐਸਚਨ ਸੇਮ ਹੀ ਹੁੰਦੇ ਨੇ ਬਟ ਉਹਨਾਂ ਨੂੰ ਪੁੱਛਣ ਦਾ ਇੱਕ ਢੰਗ ਹੈ ਉਹ ਚੇਂਜ ਹੋ ਜਾਂਦਾ, ਠੀਕ ਹੈ ਜੀ। ਤਾਂ ਜਿਹੜੀ ਆਪਣੀ ਬੇ ਆਫ ਬੰਗਾਲ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੇ ਮਹਾਸਾਗਰ ਦੇ ਵਿੱਚ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ, ਠੀਕ ਹੈ ਜੀ। ਹਿੰਦ ਮਹਾਸਾਗਰ ਦੇ ਵਿੱਚ ਹੈ, ਇੰਡੀਅਨ ਓਸ਼ਨ ਦੇ ਵਿੱਚ ਹੈ, ਆਨਸਰ ਨੰਬਰ 1 ਇੰਡੀਅਨ ਓਸ਼ਨ, ਬੇ ਆਫ ਬੰਗਾਲ, ਇਹ ਤੁਸੀਂ ਯਾਦ ਰੱਖਣਾ। ਤਾਂ ਬੰਗਾਲ ਦੀ ਖਾੜੀ ਕਿਹੜੇ ਓਸ਼ਨ ਦੇ ਵਿੱਚ ਹੈ? ਇੰਡੀਅਨ ਓਸ਼ਨ ਦੇ ਵਿੱਚ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਅਰਬ ਸਾਗਰ ਕਿਹੜੇ ਮਹਾਸਾਗਰ ਵਿੱਚ ਹੈ? ਅਰੇਬੀਅਨ ਸੀ ਇਜ਼ ਇਨ ਵਿਚ ਓਸ਼ਨ? ਹਿੰਦ ਮਹਾਸਾਗਰ, ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ ਮਹਾਸਾਗਰ ਜਾਂ ਆਰਕਟਿਕ ਮਹਾਸਾਗਰ? ਇੰਡੀਅਨ ਓਸ਼ਨ, ਪੈਸੀਫਿਕ ਓਸ਼ਨ,
ਐਟਲਾਂਟਿਕ ਓਸ਼ਨ ਜਾਂ ਆਰਕਟਿਕ ਓਸ਼ਨ, ਜਿਹੜਾ ਅਰਬ ਸਾਗਰ ਆਪਣਾ ਅਰੇਬੀਅਨ ਸੀ ਜਿਹਨੂੰ ਆਪਾਂ ਕਹਿੰਦੇ ਹਾਂ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜੀ ਬੇ ਆਫ ਬੰਗਾਲ ਅਤੇ ਅਰੇਬੀਅਨ ਸੀ ਹੈ ਇਹ ਕਿਹੜੇ ਓਸ਼ੀਅਨ ਦੇ ਵਿੱਚ ਪੈਂਦੇ ਨੇ, ਠੀਕ ਹੈ, ਕਿਉਂਕਿ ਇਹ ਕੁਐਸਚਨ ਤੁਹਾਨੂੰ ਪੁੱਛੇ ਜਾ ਸਕਦੇ ਨੇ, ਬਹੁਤ ਇੰਪੋਰਟੈਂਟ ਨੇ, ਠੀਕ ਹੈ ਜੀ। ਜੋਗਰਾਫੀ ਦਾ ਜੇ ਇਹ ਪਾਰਟ ਤੁਹਾਨੂੰ ਪੁੱਛਿਆ ਜਾਊਗਾ ਤਾਂ ਇਹਦੇ ਵਿੱਚੋਂ ਇਹ ਕੁਐਸਚਨ ਤੁਹਾਨੂੰ ਆ ਸਕਦੇ ਨੇ, ਪੂਰੀ ਸੰਭਾਵਨਾ ਇਹਨਾਂ ਦੇ ਆਉਣ ਦੀ। ਤਾਂ ਅਰੇਬੀਅਨ ਜਿਹੜਾ ਆਪਣਾ ਸੀ ਹੈ ਇਹ ਵੀ ਆਪਣੇ ਇੰਡੀਅਨ ਓਸ਼ਨ ਦੇ ਵਿੱਚ ਹੈ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇੰਡੀਅਨ ਓਸ਼ਨ ਦੇ ਵਿੱਚ ਹੈ, ਇਹ ਹਿੰਦ ਮਹਾਸਾਗਰ ਦੇ ਵਿੱਚ ਹੈ ਜਿਹੜਾ ਆਪਣਾ ਅਰੇਬੀਅਨ ਸੀ, ਤੇ ਬੇ ਆਫ ਬੰਗਾਲ ਵੀ ਇੰਡੀਅਨ ਓਸ਼ਨ ਦੇ ਵਿੱਚ, ਠੀਕ ਹੈ ਜੀ। ਤੇ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਮੁੰਦਰ ਵਿੱਚ ਲਹਿਰਾਂ ਆਉਣਾ ਕਿਸ ਦਾ ਕਾਰਨ ਹੈ? ਟਾਈਡਸ ਇਨ ਦੀ ਸੀ ਆਰ ਕਾਜ਼ਡ ਬਾਈ ਚੰਦ, ਸੂਰਜ, ਚੰਦ ਅਤੇ ਸੂਰਜ ਜਾਂ ਭੂਚਾਲ, ਮੂਨ ਐਂਡ ਸਨ ਜਾਂ ਅਰਥਕੁਇਕ। ਤਾਂ ਜਿਹੜੀਆਂ ਟਾਈਡਸ ਆਉਂਦੀਆਂ ਸੀਜ਼ ਦੇ ਵਿੱਚ, ਜਿਹੜੀਆਂ ਟਾਈਡਸ ਆਉਂਦੀਆਂ, ਜਿਹੜੀਆਂ ਲਹਿਰਾਂ ਆਉਂਦੀਆਂ ਸਮੁੰਦਰ ਦੇ ਵਿੱਚ, ਉਹ ਕਾਹਦੇ ਕਾਰਨ ਆਉਂਦੀਆਂ, ਉਹਨਾਂ ਦਾ ਕੀ ਕਾਰਨ ਹੁੰਦਾ ਹੈ? ਇਹ ਕੁਐਸਚਨ ਹੈ ਜਿਹੜੇ ਉਹ ਵਾਰ-ਵਾਰ ਰਿਪੀਟ ਹੋਏ ਕੁਐਸਚਨ ਹੈ, ਠੀਕ ਹੈ ਜੀ। ਪੂਰੇ ਧਿਆਨ ਨਾਲ ਕਰਿਓ, ਇਹਨਾਂ ਦੇ ਵਿੱਚੋਂ ਡਾਇਰੈਕਟ ਤੁਹਾਨੂੰ ਕੁਐਸਚਨ ਆ ਸਕਦਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਆਊਗਾ। ਚੰਦ ਅਤੇ ਸੂਰਜ ਦੋਨਾਂ ਦਾ ਹੀ ਰੋਲ ਹੈ ਇਹਦੇ ਵਿੱਚ। ਜਿਹਦੇ ਟਾਈਡਸ ਆਉਂਦੀਆਂ ਨੇ, ਇਹਨਾਂ ਦੀ ਗ੍ਰੈਵੀਟੇਸ਼ਨਲ ਅਟਰੈਕਸ਼ਨ ਹੋ ਜਾਂਦੀ ਹੈ, ਠੀਕ ਹੈ। ਗ੍ਰੈਵੀਟੇਸ਼ਨਲ ਅਟਰੈਕਸ਼ਨ ਦੇ ਕਾਰਨ ਜਿਹੜੀਆਂ ਟਾਈਡਸ ਆਉਂਦੀਆਂ ਨੇ ਸਮੁੰਦਰ ਦੇ ਵਿੱਚ, ਜਿਹੜੀਆਂ ਲਹਿਰਾਂ ਆਉਂਦੀਆਂ, ਠੀਕ ਹੈ, ਚੰਦ ਅਤੇ ਸੂਰਜ ਦੋਨੋਂ, ਠੀਕ ਹੈ ਜੀ। ਤਾਂ ਯਾਦ ਰੱਖਿਓ ਇਹ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ, ਉਹ ਕਿਹੜੀ ਜਗ੍ਹਾ ਹੈ ਜਿੱਥੇ ਬੰਗਾਲ ਦੀ ਖਾੜੀ, ਅਰਬ ਸਾਗਰ ਅਤੇ ਹਿੰਦ ਮਹਾਸਾਗਰ ਮਿਲਦੇ ਹਨ? ਦੀ ਪੁਆਇੰਟ ਵੇਅਰ ਬੇ ਆਫ ਬੰਗਾਲ, ਅਰੇਬੀਅਨ ਸੀ ਐਂਡ ਇੰਡੀਅਨ ਓਸ਼ਨ ਮੀਟਸ। ਜਿੱਥੇ ਇਹ ਤਿੰਨੋਂ ਮਿਲਦੇ ਨੇ, ਕੰਨਿਆ ਕੁਮਾਰੀ ਬੀਚ, ਅੰਡੇਮਾਨ ਨਿਕੋਬਾਰ, ਲਕਸ਼ਦੀਪ ਜਾਂ ਸਾਰੇ। ਤਾਂ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ, ਠੀਕ ਹੈ। ਇਹ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ, ਠੀਕ ਹੈ ਜੀ। ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਤਾਂ ਉਹ ਕਿਹੜੀ ਜਗ੍ਹਾ ਹੈ ਜਿੱਥੇ ਇਹ ਤਿੰਨੋਂ ਮਿਲਦੇ ਨੇ? ਬੇ ਆਫ ਬੰਗਾਲ, ਅਰੇਬੀਅਨ ਸੀ ਐਂਡ ਇੰਡੀਅਨ ਓਸ਼ਨ। ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ, ਕੰਨਿਆ ਕੁਮਾਰੀ ਬੀਚ, ਠੀਕ ਹੈ ਜੀ, ਜਿਹੜਾ ਆਪਣੇ ਬਿਲਕੁਲ ਸਾਊਥ ਦੇ ਵਿੱਚ ਹੈ, ਠੀਕ ਹੈ ਜੀ। ਤਾਂ ਸਾਊਥ ਦੇ ਵਿੱਚ ਇਹ ਬਿਲਕੁਲ ਜਿਹੜਾ ਆਪਣਾ ਕੰਨਿਆ ਕੁਮਾਰੀ ਬੀਚ ਹੈ। ਤਾਂ ਇੱਥੇ ਇਹ ਤਿੰਨੋਂ ਚੀਜ਼ਾਂ ਮਿਲਦੀਆਂ, ਬੇ ਆਫ ਬੰਗਾਲ, ਅਰੇਬੀਅਨ ਸੀ ਐਂਡ ਇੰਡੀਅਨ ਓਸ਼ਨ ਮੀਟਸ। ਤਾਂ ਤਿੰਨੋਂ ਹੀ ਮਿਲਦੇ ਨੇ ਇੱਕ ਪੁਆਇੰਟ 'ਤੇ, ਕੰਨਿਆ ਕੁਮਾਰੀ ਬੀਚ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ ਜੀ। ਤਾਂ ਇਹ ਆਪਣੇ ਜਿਹੜੇ ਅੱਜ ਦੇ 15 ਕੁਐਸਚਨ ਹੈ ਉਹ ਪੂਰੇ ਹੋ ਗਏ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ, ਇਸ ਤੋਂ ਬਾਹਰ ਤੁਹਾਨੂੰ ਕੁਐਸਚਨ ਨਹੀਂ ਮਿਲੂਗਾ ਇਸ ਟੌਪਿਕ ਦੇ ਵਿੱਚੋਂ, ਠੀਕ ਹੈ। ਤਾਂ ਵਧੀਆ ਤਰੀਕੇ ਨਾਲ ਇਹਨੂੰ ਅਟੈਂਪਟ ਕਰਿਓ। ਤਾਂ ਅੱਜ ਦੀ ਜਿਹੜੀ ਆਪਣੀ ਵੀਡੀਓ ਉਹਦਾ ਆਪਾਂ ਇੱਥੇ ਐਂਡ ਕਰਦੇ ਹਾਂ। ਜੇਕਰ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਇਹਨਾਂ ਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਕਿਉਂਕਿ ਤੁਹਾਡੇ ਲਈ ਬਹੁਤ ਵਧੀਆ ਕੰਟੈਂਟ ਆਪਾਂ ਆਪਣੇ ਕੋਲ ਰੈਡੀ ਹੈ ਅਤੇ ਆਪਾਂ ਅਪਲੋਡ ਕਰਦੇ ਰਹਾਂਗੇ ਰੋਜ਼, ਠੀਕ ਹੈ ਜੀ। ਤਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ, ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਕਿਉਂਕਿ ਲਾਈਕ ਕਰਨ ਦੇ ਨਾਲ ਸਾਨੂੰ ਐਪਰੀਸੀਏਸ਼ਨ ਮਿਲਦੀ ਹੈ ਅਤੇ ਸਾਨੂੰ ਕੰਮ ਕਰਨ ਦਾ ਹੌਸਲਾ ਮਿਲਦਾ, ਠੀਕ ਹੈ ਜੀ। ਤਾਂ ਅੱਜ ਦੀ ਆਪਾਂ ਜਿਹੜੀ ਵੀਡੀਓ ਇਹਦਾ ਇੱਥੇ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਧੰਨਵਾਦ।